ਤੁਹਾਨੂੰ ਲੈ ਕੇ ਚੱਲਦੇ ਹਾਂ ਬਨੂੜ, ਜਿੱਥੇ 7 सेवे इकट्ठे ਜਿਹੜੇ ਜਲ ਰਹੇ ਨੇ। ਗੋਬਿੰਦ ਸਾਗਰ ਝੀਲ ਦੇ ਵਿੱਚ ਇਹਨਾਂ 7 ਨੌਜਵਾਨਾਂ ਦੀ ਮੌਤ ਹੋਈ ਸੀ ਤੇ ਉਸ ਤੋਂ ਬਾਅਦ ਪਿੰਡ ਵਾਲੇ ਨਮ ਅੱਖਾਂ ਦੇ ਨਾਲ ਇਹਨਾਂ ਨੂੰ ਅੰਤਿਮ ਵਿਦਾਈ ਦੇ ਰਹੇ ਨੇ। ਸਿੱਧੀਆਂ ਤਸਵੀਰਾਂ ਅਸੀਂ ਤੁਹਾਨੂੰ ਬਨੂੜ ਦੀਆਂ ਦਿਖਾ ਰਹੇ ਹਾਂ। ਪੰਜਾਬ ਦੇ ਲਈ ਇੱਕ ਬਹੁਤ ਮੰਦਭਾਗਾ ਹਾਦਸਾ ਹੈ, ਕਿਉਂਕਿ ਜਿਹੜੇ ਇਸ ਦੇ ਵਿੱਚ ਨੌਜਵਾਨ ਨੇ, ਕਰੀਬ 14 ਸਾਲ ਤੋਂ ਕੁਝ ਬੱਚੇ ਵੀ ਨੇ ਉਸ ਦੇ ਵਿੱਚ, ਤੇ ਕਰੀਬ 32 ਤੇ 30 ਸਾਲ ਤੱਕ ਦੇ ਨੌਜਵਾਨ ਜਿਹੜੇ ਉੱਥੇ ਗਏ ਹੋਏ ਸਨ। ਇਹ ਪੂਰਾ ਗਰੁੱਪ ਗਿਆ ਸੀ, ਇੱਕ 11 ਜਣਿਆਂ ਦਾ, ਜੋ ਬਾਬਾ ਬਾਲਕ ਨਾਥ ਦਰਸ਼ਨ ਕਰਨ ਦੇ ਲਈ ਜਾਣਾ ਚਾਹੁੰਦਾ ਸੀ, ਪਰ ਉਸ ਤੋਂ ਪਹਿਲਾਂ ਹੀ ਗੋਬਿੰਦ ਸਾਗਰ ਝੀਲ ਦੇ ਵਿੱਚ ਰੁਕੇ ਤੇ ਉੱਥੇ ਜੋ ਜਾਣਕਾਰੀ ਹੈ ਕਿ ਉੱਥੇ ਨਹਾਉਣ ਦੇ ਲਈ ਉਤਰੇ ਤੇ ਇੱਕ ਸ਼ਖਸ ਡੁੱਬ ਰਿਹਾ ਸੀ, ਉਸ ਨੂੰ ਬਚਾਉਣ ਦੇ ਲਈ 6 ਹੋਰ ਪਾਣੀ ਦੇ ਵਿੱਚ ਉਤਰ ਗਏ ਤੇ ਫਿਰ 7 ਜਣੇ ਉੱਥੇ ਡੁੱਬ ਗਏ, ਉਹਨਾਂ ਦੀ ਮੌਤ ਹੋ ਗਈ। ਇੱਕੋ ਪਰਿਵਾਰ ਦੇ 4 ਜੀਅ ਵੀ ਇਹਨਾਂ 7 ਦੇ ਵਿੱਚ ਸ਼ਾਮਲ ਸੀ। ਉਹਨਾਂ ਦੀਆਂ ਮ੍ਰਿਤਕ ਦੇਹਾਂ ਪਹੁੰਚੀਆਂ ਨੇ ਉਹਨਾਂ ਦੇ ਘਰ ਤੇ ਉੱਥੇ ਮਾਤਮ ਦਾ ਮਾਹੌਲ ਹੈ। ਸਿਵਿਆਂ ਨੂੰ ਅੱਗ ਲਗਾਈ ਗਈ ਹੈ। ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਤਾਂ ਸਵਾਲ ਤਾਂ ਬਹੁਤ ਸਾਰੇ ਉੱਠਦੇ ਨੇ ਕਿ ਆਖਿਰ ਇਸ ਤਰੀਕੇ ਨਾਲ ਗਲਤੀ ਕਿਸ ਦੀ, ਕਿ ਇਹਨਾਂ ਦੀ ਵੀ ਕੋਈ ਅਣਗਹਿਲੀ ਸੀ ਕਿ ਉੱਥੇ ਨਹਾਉਣਾ ਸ਼ੁਰੂ ਕਰ ਦਿੱਤਾ ਜਾਂ ਪਾਣੀ ਦੇ ਵਿੱਚ ਉਤਰੇ। ਦੂਜੇ ਪਾਸੇ ਪ੍ਰਸ਼ਾਸਨ ਦੇ ਸਾਹਮਣੇ ਵੀ ਬਹੁਤ ਸਾਰੇ ਚੈਲੰਜਸ ਹੁੰਦੇ ਨੇ ਕਿ ਜੇਕਰ ਉੱਥੇ ਅਜਿਹੀਆਂ ਘਟਨਾਵਾਂ ਵਾਪਰਦੀਆਂ ਨੇ, ਕੁਝ ਦਿਨ ਪਹਿਲਾਂ ਵੀ ਉੱਥੇ ਇਸ ਤਰ੍ਹਾਂ ਦੀ ਘਟਨਾ ਕੋਈ ਵਾਪਰੀ ਸੀ, ਦੱਸਿਆ ਜਾ ਰਿਹਾ, ਜਿੱਥੇ 2 ਨੌਜਵਾਨਾਂ ਦੀ ਮੌਤ ਹੋ ਗਈ ਸੀ, ਤਾਂ ਫਿਰ ਸਵਾਲ ਇਹ ਹੈ ਕਿ ਉੱਥੇ ਕੋਈ ਪੁਖਤਾ ਇੰਤਜ਼ਾਮ ਕਿਉਂ ਨਹੀਂ ਕੀਤੇ ਜਾਂਦੇ? ਕਿਉਂ ਆਖਿਰ ਪ੍ਰਸ਼ਾਸਨ ਦੇ ਵੱਲੋਂ ਇੰਤਜ਼ਾਰ ਕੀਤਾ ਜਾਂਦਾ ਹੈ ਕਿ ਅਜਿਹੀ ਕੋਈ ਘਟਨਾ ਹੋਵੇ ਤਾਂ ਉਸ ਤੋਂ ਬਾਅਦ ਹੀ ਉਹ ਅਲਰਟ ਹੋਵੇ? ਤਾਂ ਆਖਰੀ ਸੈਲਫੀ ਵੀ ਤੁਹਾਨੂੰ ਦਿਖਾ ਰਹੇ ਹਾਂ, ਜਿਹੜੀ ਇਹਨਾਂ ਪੂਰੇ ਗਰੁੱਪ ਦੇ ਵੱਲੋਂ ਜਿਹੜੇ ਉੱਥੇ ਗਏ ਸੀ, ਗੋਬਿੰਦ ਸਾਗਰ ਝੀਲ ਦੇ ਨੂੰ ਪਾਰ ਕਰਕੇ ਜਾਣਾ ਚਾਹੁੰਦੇ ਸੀ ਬਾਬਾ ਬਾਲਕ ਨਾਥ ਦਰਸ਼ਨਾਂ ਦੇ ਲਈ, ਤਾਂ ਉਹਨਾਂ ਦੀ ਇੱਕ ਗਰੁੱਪ ਫੋਟੋ ਜੋ ਸੈਲਫੀ ਲਈ ਗਈ ਉਹ ਵੀ ਤੁਹਾਨੂੰ ਦਿਖਾ ਰਹੇ ਹਾਂ। ਨਹੀਂ ਪਤਾ ਸੀ ਕਿਸੇ ਨੂੰ ਵੀ ਇਹਨਾਂ ਦੇ ਵਿੱਚੋਂ ਕਿ ਅਜਿਹਾ ਕੋਈ ਹਾਦਸਾ ਵਾਪਰ ਜਾਏਗਾ ਤੇ ਜਿਹੜੇ 11 ਲੋਕ ਤਸਵੀਰ ਦੇ ਵਿੱਚ ਨਜ਼ਰ ਆ ਰਹੇ ਨੇ ਉਹਨਾਂ ਦੇ ਵਿੱਚੋਂ 7 ਵਿਛੜ ਜਾਣਗੇ। ਤਾਂ ਇੱਕ ਛੋਟੇ ਜਿਹੇ ਇਲਾਕੇ ਦੇ ਵਿੱਚ 7 ਸਿਵੇ ਇਕੱਠੇ ਲਾਜ਼ਮੀ ਤੌਰ ਤੇ ਬਹੁਤ ਹੀ ਰੂਹ ਕੰਬਾਉਣ ਵਾਲੀਆਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਇੱਕੋ ਸ਼ਮਸ਼ਾਨ ਘਾਟ ਦੇ ਵਿੱਚ ਇਕੱਠੇ 7 ਸਿਵੇ ਬਣਦੇ ਹੋਏ ਨਜ਼ਰ ਆ ਰਹੇ ਨੇ। ਔਰ ਇਹ ਵੀ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਵਿੱਚ ਉਮਰ 14 ਸਾਲ, 16 ਸਾਲ, 18 ਸਾਲ ਇਸ ਤਰੀਕੇ ਨਾਲ ਵੀ ਨੌਜਵਾਨਾਂ ਦੀ ਉਮਰ ਸੀ। ਤੇ ਪੂਰਾ ਮਸਲਾ ਇੱਕ ਪੂਰਾ ਤੁਸੀਂ ਕਹਿ ਸਕਦੇ ਹੋ ਕਿ ਇੱਕ ਤਰੀਕੇ ਨਾਲ ਪ੍ਰਸ਼ਾਸਨ ਦੀਆਂ ਅੱਖਾਂ ਖੋਲ੍ਹਣ ਵਾਲਾ ਵੀ ਹੈ, ਕਿਉਂਕਿ 7 ਲੋਕਾਂ ਦੀ ਮੌਤ ਹੋ ਜਾਣਾ ਪਾਣੀ ਦੇ ਵਿੱਚ ਡੁੱਬਣ ਦੀ ਵਜ੍ਹਾ ਦੇ ਨਾਲ, ਕਿ ਇਹ ਜਾਂਚ ਦਾ ਵਿਸ਼ਾ ਵੀ ਹੈ ਕਿ ਆਖਿਰ ਕਿਵੇਂ ਇਹ ਮੌਤ ਹੋ ਗਈ ਜਾਂ ਫਿਰ ਕਿਵੇਂ ਇਹ ਡੁੱਬ ਗਏ ਉੱਥੇ। ਜੇ ਉਹਨਾਂ ਨੂੰ ਤੈਰਨਾ ਨਹੀਂ ਆਉਂਦਾ ਸੀ, ਘੱਟੋ ਘੱਟ ਸਭ ਨੂੰ ਇੰਨਾ ਪਤਾ ਜੋ ਜਾਂਦੇ ਨੇ ਬਾਬਾ ਬਾਲਕ ਨਾਥ ਸਾਹਿਬ ਜਾਂ ਫਿਰ ਜੋ ਗੋਬਿੰਦ ਸਾਗਰ ਝੀਲ ਜਾਂ ਨੰਗਲ ਡੈਮ ਦੇਖਣ ਵੀ ਪਹੁੰਚ ਜਾਂਦੇ ਨੇ, ਤਾਂ ਉਹ ਇੱਕ ਅੰਦਾਜ਼ਾ ਜਾਂ ਕਹੀਏ ਕਿ ਪਹਿਲੀ ਤਸਵੀਰ ਦੇ ਵਿੱਚ ਸਮਝ ਆ ਜਾਂਦਾ ਕਿ ਇਹ ਪਾਣੀ ਬਹੁਤ ਡੂੰਘਾ ਹੈ, ਬਹੁਤ ਡੂੰਘਾ ਪਾਣੀ ਹੋਏਗਾ। ਇਸ ਕਰਕੇ ਜ਼ਿਆਦਾਤਰ ਲੋਕ ਪਾਣੀ ਨੂੰ ਹੱਥ ਲਾਉਣ ਤੋਂ ਵੀ ਘਬਰਾਉਂਦੇ ਨੇ, ਦੂਰ ਹੀ ਰਹਿਣਾ ਪਸੰਦ ਕਰਦੇ ਨੇ। ਪਰ ਕੁਝ ਨਹਾਉਣ ਦਾ ਵੀ ਕਿਤੇ ਨਾ ਕਿਤੇ ਜਿਹੜਾ ਹਿੰਮਤ ਦਿਖਾਉਂਦੇ ਨੇ। ਤੇ ਦੂਜੀ ਗੱਲ ਇਹ ਵੀ ਹੈ ਕਿ ਹਿੰਮਤ ਵੀ ਕਿਤੇ ਨਾ ਕਿਤੇ ਉਹੀ ਦਿਖਾਉਂਦੇ ਨੇ ਜਿਨ੍ਹਾਂ ਨੂੰ ਤੈਰਨਾ ਆਉਂਦਾ ਹੋਵੇ। ਤਾਂ ਕਿ ਇਹ ਨੌਜਵਾਨਾਂ ਨੂੰ ਤੈਰਨਾ ਆਉਂਦਾ ਸੀ, ਜੇ ਤੈਰਨਾ ਆਉਂਦਾ ਸੀ ਤਾਂ ਫਿਰ ਇਹਨਾਂ ਦੀ ਮੌਤ ਕਿਵੇਂ ਹੋ ਗਈ? ਕਿਉਂਕਿ 7 ਦੇ 7 ਡੁੱਬ ਜਾਣਾ ਇਹ ਵੀ ਆਪਣੇ ਆਪ ਦੇ ਵਿੱਚ ਬਹੁਤ ਸਾਰੇ ਸਵਾਲ ਖੜੇ ਕਰਦਾ ਹੈ। ਤਾਂ ਗੋਬਿੰਦ ਸਾਗਰ ਝੀਲ ਦੇ ਵਿੱਚ ਇੱਕ ਦਿਨ ਪਹਿਲਾਂ ਇਹ ਪੂਰਾ ਹਾਦਸਾ ਵਾਪਰਿਆ ਸੀ। ਕਾਬਿਲੇ ਗੌਰ ਹੈ ਕਿ ਸੋਮਵਾਰ ਨੂੰ ਸਵੇਰੇ ਨਿਕਲੇ ਸੀ ਇਹ ਸਾਰਾ ਗਰੁੱਪ, ਜਿਹੜਾ 11 ਜਣਿਆਂ ਦਾ ਸੀ, ਕਰੀਬ 5 ਤੋਂ 6 ਵਜੇ ਦੇ ਵਿੱਚ ਨਿਕਲਿਆ ਸੀ ਇਹ ਪੂਰਾ ਗਰੁੱਪ। ਉਸ ਤੋਂ ਬਾਅਦ ਇਹ ਉੱਥੇ ਪਹੁੰਚਦੇ ਨੇ, ਜਾ ਕੇ ਉੱਥੇ ਗੋਬਿੰਦ ਸਾਗਰ ਝੀਲ ਤੱਕ ਪਹੁੰਚਦੇ ਨੇ ਤੇ ਉਸ ਨੂੰ ਪਾਰ ਕਰਨਾ ਸੀ। ਇਹ ਜਾਣਕਾਰੀ ਹੈ ਕਿ ਉੱਥੇ ਪਾਣੀ ਦੇ ਵਿੱਚ ਉਤਰੇ ਸਨ। ਉੱਥੇ ਨਹਾਉਣ ਦੇ ਲਈ ਇੱਕ ਨੌਜਵਾਨ ਅੱਗੇ ਚਲਾ ਗਿਆ, ਥੋੜਾ ਪਾਣੀ ਦੇ ਵਿੱਚ ਡੁੱਬਣ ਲੱਗਿਆ, ਤਾਂ ਫਿਰ ਉਸ ਨੂੰ ਬਚਾਉਣ ਦੇ ਲਈ ਕੁਝ ਹੋਰ ਚਲੇ ਗਏ। ਕਰਦੇ ਕਰਦੇ 6 ਜਣੇ ਹੋਰ ਇੱਕ ਨੂੰ ਡੁਬਾਉਣ ਦੇ ਲਈ ਚਲੇ ਗਏ, ਤਾਂ ਜਿਹਨੂੰ ਬਚਾਉਣਾ ਸੀ ਉਹ ਵੀ ਨਹੀਂ ਬਚਿਆ, ਬਾਕੀ ਜਿਹੜੇ ਉਹਨੂੰ ਬਚਾਉਣ ਗਏ ਸੀ ਉਹ ਵੀ ਨਹੀਂ ਬਚੇ। ਤਾਂ ਟੋਟਲ 7 ਜਿਹੜੇ ਲੋਕਾਂ ਦੀ ਮੌਤ ਹੋ ਗਈ। ਖੌਫਨਾਕ ਮੰਜ਼ਰ ਬਨੂੜ ਦੇ ਵਿੱਚ ਮਾਤਮ ਪਸਰਿਆ ਹੋਇਆ। ਉਸ ਝੀਲ ਦੇ ਵਿੱਚ ਡੁੱਬਣ ਦੀ ਵਜ੍ਹਾ ਦੇ ਨਾਲ, ਗੋਬਿੰਦ ਸਾਗਰ ਝੀਲ ਦੇ ਵਿੱਚ ਡੁੱਬਣ ਦੀ ਵਜ੍ਹਾ ਦੇ ਨਾਲ ਜਿਹੜੇ 7 ਲੋਕਾਂ ਦੀ ਮੌਤ ਹੋਈ ਹੈ, 7 ਜਣਿਆਂ ਦੀ ਮੌਤ ਹੋਈ ਹੈ। ਬਨੂੜ ਦੀਆਂ ਤਸਵੀਰਾਂ, ਬਨੂੜ ਦਾ ਪੂਰਾ ਬਾਜ਼ਾਰ, ਅੱਜ ਪੂਰਾ ਸ਼ਹਿਰ ਬੰਦ ਸੀ। ਇੰਨਾ ਵੱਡਾ ਹਾਦਸਾ ਹੋਇਆ ਹੋਵੇ ਤਾਂ ਲਾਜ਼ਮੀ ਤੌਰ ਤੇ ਪੂਰੇ ਇਲਾਕੇ ਦੇ ਵਿੱਚ ਸੋਗ ਹੁੰਦਾ ਹੈ। ਉਹ ਸੋਗ ਇਸ ਕਰਕੇ ਵੀ ਹੈ ਕਿਉਂਕਿ ਨੌਜਵਾਨ ਸੀ, ਬਹੁਤ ਮਿਹਨਤੀ ਦੱਸੇ ਜਾ ਰਹੇ ਨੇ। ਪਰਿਵਾਰ ਜੋ ਪਿੰਡ ਦੇ ਲੋਕ ਨੇ ਉਹ ਦੱਸ ਰਹੇ ਨੇ ਕਿ ਬਹੁਤ ਮਿਹਨਤ ਦੇ ਨਾਲ ਇਹ ਬੱਚੇ ਜਿਹੜੇ ਅੱਗੇ ਵੱਧ ਰਹੇ ਸੀ। ਕੁਝ ਤਾਂ ਅਜਿਹੇ ਵੀ ਸੀ ਜਿਹੜੇ ਦਿਨ ਦੇ ਵਿੱਚ ਸਕੂਲ ਜਾਂਦੇ ਸੀ ਤੇ ਸ਼ਾਮ ਨੂੰ ਉਹ ਕਿਸੇ ਫੈਕਟਰੀ ਦੇ ਵਿੱਚ ਲੱਗੇ ਹੋਏ ਸੀ ਕਿ ਤਾਂ ਕਿ ਪਰਿਵਾਰ ਦਾ ਵੀ ਕੋਈ ਹੱਥ ਵਟਾਇਆ ਜਾ ਸਕੇ, ਪਰਿਵਾਰ ਦੀ ਵੀ ਮਾਲੀ ਤੌਰ ਦੇ ਉੱਤੇ ਕਿਸੇ ਤਰੀਕੇ ਨਾਲ ਮਦਦ ਕਰ ਸਕਣ। ਜਿਹੜੇ ਪਿੰਡ ਦੇ ਲੋਕ ਨੇ ਉਹ ਵੀ ਇਸ ਸਮੇਂ ਉਹਨਾਂ ਦਾ ਜ਼ਿਕਰ ਕਰਦੇ, ਅਸੀਂ ਪਹਿਲਾਂ ਵੀ ਤੁਹਾਨੂੰ ਸੁਣਵਾਇਆ, ਜਿਸ ਦੇ ਵਿੱਚ ਉਹ ਜ਼ਿਕਰ ਕਰ ਰਹੇ ਸੀ ਕਿ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਇਹਨਾਂ ਬੱਚਿਆਂ ਦੇ ਵੱਲੋਂ ਕੋਈ ਨਹੀਂ ਕੀਤਾ ਜਾਂਦਾ ਸੀ।
बिल्कुल ਜਿਹੜੀ ਕਹਿੰਦੇ ਹੁੰਦੇ ਨਾ ਕਿ ਪਰਿਵਾਰ ਦੀ ਕਹਿਣੀ ਦੇ ਵਿੱਚ ਰਹਿਣ ਵਾਲੇ ਸਾਰੇ ਸੀ ਜਿਨ੍ਹਾਂ ਦੀ ਮੌਤ ਹੋਈ ਹੈ। ਖੈਰ ਪਰਿਵਾਰ ਦੇ ਲਈ ਤਾਂ ਇਹ ਅਜਿਹਾ ਦੁੱਖ ਹੈ ਜਿਸ ਨੂੰ ਸਹਾਰਨਾ ਬਹੁਤ ਔਖਾ ਹੈ ਤੇ ਪਰਿਵਾਰ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਕਿ ਕਿੰਨਾ ਔਖਾ ਪਰਿਵਾਰ ਦੇ ਮੈਂਬਰਾਂ ਨੂੰ ਉਹਨਾਂ ਦੀਆਂ ਜਿਹੜੀਆਂ ਹੋਰ ਪਰਿਵਾਰ ਦੇ ਮੈਂਬਰ ਨੇ ਜਾਂ ਮਾਤਾ ਏ ਜਿਹੜੀ ਉਹ ਬੱਚਿਆਂ ਦੀ ਮਾਂ ਏ ਉਹਨਾਂ ਨੂੰ ਸੰਭਾਲਣਾ, ਉਹਨਾਂ ਨੂੰ ਇਹ ਦੁੱਖ ਸਹਿਣਾ ਲਾਜ਼ਮੀ ਤੌਰ ਤੇ ਬਹੁਤ ਔਖਾ। ਉਹਨਾਂ ਦੇ ਪਿਤਾ ਦੇ ਲਈ, ਪਰਿਵਾਰ ਦੇ ਹੋਰ ਮੈਂਬਰਾਂ ਦੇ ਲਈ, ਜਿਹੜੀਆਂ ਉਹਨਾਂ ਦੀਆਂ ਭੈਣਾਂ ਉਹਨਾਂ ਦੇ ਲਈ, ਪਿੰਡ ਵਾਸੀਆਂ ਦੇ ਲਈ, ਆਲੇ ਦੁਆਲੇ ਪੂਰਾ ਜਿਹੜਾ ਇਲਾਕਾ ਹੈ ਉੱਥੇ ਸੋਗ ਦੀ ਲਹਿਰ ਹੈ। ਯਕੀਨ ਕਰਨਾ ਔਖਾ ਹੁੰਦਾ ਕਿ ਜਿਹੜੇ ਐਤਵਾਰ ਸ਼ਾਮ ਤੱਕ ਇੱਥੇ ਹੀ ਘੁੰਮਦੇ ਫਿਰਦੇ ਸੀ, ਤਿਆਰੀਆਂ ਕਰਦੇ ਸੀ ਕਿ ਅਸੀਂ ਸੋਮਵਾਰ ਸਵੇਰੇ ਜਾਣਾ ਹੈ ਤੇ ਹੁਣ ਉਹਨਾਂ ਦੇ ਵਿਚਾਲੇ ਨਹੀਂ ਨੇ, ਉਹਨਾਂ ਦੀ ਮੌਤ ਹੋ ਗਈ ਹੈ। ਖੈਰ ਸਿਵਿਆਂ ਦੀ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਬਨੂੜ ਤੋਂ ਤਸਵੀਰਾਂ ਨੇ। ਖੌਫਨਾਕ ਮੰਜ਼ਰ ਬਨੂੜ ਦੇ ਵਿੱਚ ਲਾਜ਼ਮੀ ਤੌਰ ਤੇ ਨਜ਼ਰ ਆਇਆ। ਝੀਲ ਦੇ ਵਿੱਚ ਡੁੱਬਣ ਦੀ ਵਜ੍ਹਾ ਨਾਲ 7 ਨੌਜਵਾਨਾਂ ਦੀ ਮੌਤ ਹੋ ਗਈ ਸੀ, ਜੋ ਮੈਂ ਲਗਾਤਾਰ ਜ਼ਿਕਰ ਕਰ ਰਿਹਾ ਕਿ 11 ਲੋਕ ਇਹ ਗਏ ਸਨ ਟੋਟਲ, ਜਿਨ੍ਹਾਂ ਦੇ ਵਿੱਚੋਂ 4 ਕਿਨਾਰੇ ਦੇ ਉੱਤੇ ਖੜੇ ਰਹੇ, ਬਾਕੀ ਇੱਕ ਪਹਿਲਾਂ ਗਿਆ ਸੀ, 6 ਉਸ ਨੂੰ ਬਚਾਉਣ ਦੇ ਲਈ ਗਏ, ਟੋਟਲ 7 ਉੱਥੇ ਉਹਨਾਂ ਦੀ ਮੌਤ ਹੋ ਗਈ, ਡੁੱਬ ਗਏ। ਤਾਂ ਬਹੁਤ ਵੱਡੀ ਝੀਲ ਹੈ। ਬਹੁਤ ਸਾਰੇ ਲੋਕ ਜਿਹੜੇ ਪੰਜਾਬ ਤੋਂ ਨੇ ਉਹ ਇਹ ਡੈਮ ਦੇਖਣ ਦੇ ਲਈ ਚਲੇ ਜਾਂਦੇ ਨੇ ਜਾਂ ਉਸ ਥਾਂ ਦੇ ਉੱਤੇ ਗਏ ਹੁੰਦੇ ਨੇ। ਤਾਂ ਆਪਾਂ ਸਾਰਿਆਂ ਨੂੰ ਪਤਾ ਕਿ ਕਿੰਨੀ ਵੱਡੀ ਉਹ ਝੀਲ ਹੈ, ਕਿੰਨਾ ਡੂੰਘਾ ਪਾਣੀ ਉੱਥੇ ਹੈਗਾ ਏ। ਪ੍ਰਸ਼ਾਸਨ ਦੇ ਵੱਲੋਂ ਇਹ ਲਗਾਤਾਰ ਕਿਹਾ ਜਾਂਦਾ ਕਿ ਉਸ ਤੋਂ ਦੂਰ ਰਹੋ, ਪਾਣੀ ਦੇ ਵਿੱਚ ਨਾ ਉਤਰੋ। ਇਹ ਉੱਥੇ ਬੋਰਡ ਵੀ ਲੱਗੇ ਹੋਏ ਨੇ, ਜੇ ਆਪਾਂ ਜਿਹੜੇ ਗਏ ਨੇ ਲੋਕ ਉਹ ਬਖੂਬੀ ਸਮਝਦੇ ਹੋਣਗੇ। ਹਾਲਾਂਕਿ ਉਹ ਬਹੁਤ ਲੰਬਾ ਏਰੀਆ ਹੈ ਜਿਹੜਾ ਸੜਕ ਦੇ ਬਿਲਕੁਲ ਨਾਲ ਡੈਮ ਤੋਂ ਸ਼ੁਰੂ ਹੋ ਕੇ ਬਿਲਕੁਲ ਸੜਕ ਦੇ ਨਾਲ ਇਹ ਪੂਰੀ ਝੀਲ ਬਣੀ ਹੋਈ ਹੈ। ਉਹਦੇ ਨਾਲ ਸੜਕ ਜਿਹੜੀ ਡੈਮ ਤੋਂ ਹੁੰਦੇ ਹੋਏ ਅੱਗੇ ਨੈਣਾ ਦੇਵੀ ਵਾਲੇ ਪਾਸੇ ਚਲੀ ਜਾਂਦੀ ਹੈ, ਬਿਲਾਸਪੁਰ ਵਾਲੇ ਪਾਸੇ ਚਲੀ ਜਾਂਦੀ ਹੈ। ਤਾਂ ਉਹ ਕਾਫੀ ਲੰਬੀ ਸੜਕ ਹੈ ਜਿਸ ਦੇ ਨਾਲ ਇਹ ਪੂਰਾ ਜਿਹੜੀ ਝੀਲ ਬਣੀ ਹੋਈ ਹੈ। ਹਾਲਾਂਕਿ ਸੜਕ ਤੋਂ ਬਹੁਤ ਨੀਵੀਂ ਜਾ ਕੇ ਉਹ ਝੀਲ ਹੈ, ਜਿੱਥੇ ਉਤਰਨਾ ਪੈਂਦਾ ਪਾਣੀ ਤੱਕ ਜਾਣ ਦੇ ਲਈ। ਕਰੀਬ 500-700 ਮੀਟਰ ਹੈ ਸੜਕ ਤੋਂ ਹੇਠਾਂ ਉਤਰ ਕੇ ਤੁਹਾਨੂੰ ਜਾਣਾ ਪੈਂਦਾ ਹੈ ਉਸ ਪਾਣੀ ਤੱਕ। ਤਾਂ ਬਹੁਤ ਸਾਰੇ ਲੋਕ ਉੱਥੇ ਨੌਜਵਾਨ ਜਾਂਦੇ ਨੇ। ਉੱਥੇ ਕਿਸ਼ਤੀਆਂ ਦਾ ਵੀ ਇੰਤਜ਼ਾਮ ਹੈ। ਜਿਹੜੇ ਲੋਕ ਬਾਬਾ ਬਾਲਕ ਨਾਥ ਦੇ ਦਰਸ਼ਨ ਕਰਨ ਜਾਂਦੇ ਨੇ, 2 ਰਾਹ ਨੇ। ਇੱਕ ਬਾਈ ਰੋਡ ਆ, ਉਹ ਥੋੜਾ ਜਿਹਾ ਲੰਬਾ ਪੈਂਦਾ, ਥੋੜਾ ਦੂਰ ਤੋਂ ਘੁੰਮ ਕੇ ਜਾਣਾ ਹੁੰਦਾ ਹੈ, ਤੇ ਇੱਕ ਰਾਹ ਇਸ ਕਿਸ਼ਤੀ ਦੇ ਜ਼ਰੀਏ ਕਿਹਾ ਜਾਂਦਾ ਹੈ ਕਿ ਉੱਥੇ ਕਿਸ਼ਤੀ ਦੇ ਵਿੱਚ ਤੁਸੀਂ ਬੈਠੋ, ਉਹ 40-45 ਮਿੰਟ ਦੇ ਵਿੱਚ ਪੂਰੀ ਝੀਲ ਪਾਰ ਕਰਵਾ ਦਿੰਦੇ ਨੇ। ਤੇ ਦੂਜੇ ਪਾਸੇ ਬਾਬਾ ਬਾਲਕ ਨਾਥ ਜੀ ਦਾ ਜਿਹੜਾ ਮੰਦਿਰ ਆ ਉੱਥੇ ਜਾ ਕੇ ਲੋਕ ਦਰਸ਼ਨ ਕਰਦੇ ਨੇ ਤੇ ਨਾਲ ਦੀ ਨਾਲ ਮੁੜ ਵੀ ਆਉਂਦੇ ਨੇ। ਤੇ ਜਿਨ੍ਹਾਂ ਨੇ ਇੱਕ ਦਿਨ ਦੇ ਵਿੱਚ ਜਾ ਕੇ ਮੁੜਨਾ ਹੁੰਦਾ, ਆਮ ਤੌਰ ਤੇ ਕਿਸ਼ਤੀ ਦਾ ਸਹਾਰਾ ਹੀ ਲੈਂਦੇ ਨੇ। ਹੁਣ ਕਿਸ਼ਤੀਆਂ ਕਿਸ ਤਰੀਕੇ ਨਾਲ ਹੈ, ਕਿਸ਼ਤੀਆਂ ਦੇ ਵੀ ਕਾਬਿਲ ਗੌਰ ਇਹ ਹੈ ਕਿ ਜਿਹੜੇ ਲੋਕ ਉੱਥੇ ਗਏ ਨੇ ਉਹ ਵੀ ਕਹਿੰਦੇ ਨੇ ਕਿ ਕਿਸ਼ਤੀਆਂ ਦੇ ਵਿੱਚ ਵੀ ਬੈਠਣ ਵਾਲੇ ਲੋਕਾਂ ਨੂੰ ਕੋਈ ਲਾਈਫ ਬੋਟ ਜੈਕਟ ਜਿਹੜੀਆਂ ਹੁੰਦੀਆਂ ਨੇ, ਜਿਵੇਂ ਤੁਸੀਂ ਸੁਖਨਾ ਝੀਲ ਦੇ ਵਿੱਚ ਆਓ, ਤੁਸੀਂ ਬੋਟਿੰਗ ਕਰਨੀ ਹੈ ਤਾਂ ਉਹ ਜੈਕਟਸ ਤੁਹਾਨੂੰ ਪਵਾ ਦਿੰਦੇ ਨੇ ਕਿ ਜੇਕਰ ਕਿਸ਼ਤੀ ਪਲਟ ਵੀ ਗਈ ਤਾਂ ਫਿਰ ਉਹ ਜੈਕਟ ਦੀ ਸਹਾਰੇ ਨਾਲ ਤੁਸੀਂ ਪਾਣੀ ਦੇ ਵਿੱਚ ਤੈਰਦੇ ਰਹੋਗੇ। ਤਾਂ ਇਹ ਵੀ ਜਿਹੜੇ ਉੱਥੇ ਲੋਕ ਜਾਂਦੇ ਨੇ ਉਹ ਵੀ ਕਹਿੰਦੇ ਨੇ ਕਿ ਉੱਥੇ ਅਜਿਹਾ ਕੋਈ ਇੰਤਜ਼ਾਮ ਨਹੀਂ ਹੁੰਦਾ ਕਿ ਜਿਹੜੇ ਉੱਥੇ ਲੋਕ ਕਿਸ਼ਤੀਆਂ ਦੇ ਜ਼ਰੀਏ ਪਾਰ ਵੀ ਕਰਵਾਉਂਦੇ ਆ। ਉਹ ਲੱਗਦਾ ਨਹੀਂ ਕਿ ਇਹਨਾਂ ਦੇ ਕੋਲ ਕੋਈ ਲਾਇਸੈਂਸ ਨਹੀਂ ਜਾਂ ਕੋਈ ਅਥਾਰਟੀ ਇਹਨਾਂ ਦੇ ਨਾਲ ਕੋਈ ਆ ਕੇ ਸਵਾਲ ਜਵਾਬ ਕਰਦੀ ਹੈ ਕਿ ਤੁਸੀਂ 40-50 ਲੋਕਾਂ ਨੂੰ ਜਾਂ ਫਿਰ ਇੰਨੇ ਲੋਕਾਂ ਨੂੰ ਬਿਠਾ ਕੇ ਕਿਵੇਂ ਤੁਸੀਂ ਕਿਸ਼ਤੀਆਂ ਦੇ ਵਿੱਚ ਪਾਰ ਕਰਵਾ ਦਿੰਦੇ ਹੋ। ਤਾਂ ਉਹ ਇੱਕ ਬਹੁਤ ਵੱਡਾ ਸਵਾਲ ਲਾਜ਼ਮੀ ਤੌਰ ਤੇ ਹੈ। ਔਰ ਕਿਉਂਕਿ ਇਹ ਮਸਲਾ ਥੋੜਾ ਜਿਹਾ ਵੱਖਰਾ ਨਜ਼ਰ ਆਉਂਦਾ ਹੈ। ਕਿਸ਼ਤੀ ਦੇ ਜ਼ਰੀਏ ਪਾਰ ਤਾਂ ਉਹ ਕਰਨਾ ਚਾਹੁੰਦੇ ਹੋਣਗੇ, ਪਰ ਉਸ ਤੋਂ ਪਹਿਲਾਂ ਜੋ ਜਾਣਕਾਰੀ ਹੈ ਇਸ ਸਮੇਂ ਇਹ ਵੀ ਜਾਂਚ ਦਾ ਵਿਸ਼ਾ ਜ਼ਰੂਰ ਹੈ, ਪਰ ਜਾਣਕਾਰੀ ਜੋ ਹੈ ਕਿ ਉਹਨਾਂ ਦੇ ਵਿੱਚੋਂ ਕੁਝ ਨੌਜਵਾਨ ਉੱਥੇ ਨਹਾਉਣ ਦੇ ਲਈ ਉਤਰ ਗਏ ਸੀ, ਨਹਾ ਰਹੇ ਸੀ। ਗਰਮੀ ਖੈਰ ਬਹੁਤ ਹੈ, ਪਾਣੀ ਠੰਡਾ ਹੁੰਦਾ ਹੈ ਤੇ ਗਰਮੀਆਂ ਦੇ ਵਿੱਚ ਆਮ ਤੌਰ ਤੇ ਇਸ ਤਰੀਕੇ ਨਾਲ ਉਹ ਚਾਹੇ ਆਪਾਂ ਦੇਖੀਏ ਰਜਬਾਹੇ ਸੂਏ ਜਿਹੜੇ ਆਪਣੇ ਪੰਜਾਬ ਦੇ ਵਿੱਚ ਵਗਦੇ ਨੇ, ਮੋਟਰਾਂ, ਇੱਥੇ ਤੁਹਾਨੂੰ ਆਮ ਤੌਰ ਤੇ ਨੌਜਵਾਨ ਨਹਾਉਂਦੇ ਹੋਏ ਮਿਲ ਜਾਣਗੇ। ਕਈ ਵਾਰੀ ਬੜਾ ਜਾਨਲੇਵਾ ਸਾਬਤ ਹੁੰਦਾ ਇਸ ਤਰੀਕੇ ਨਾਲ ਨਹਾਉਣਾ। ਤਾਂ ਕੁਝ ਉਸ ਤਰੀਕੇ ਨਾਲ ਇਹ ਨੌਜਵਾਨ ਉੱਥੇ ਜਿਹੜੀ ਝੀਲ ਆ ਉਸ ਦੇ ਵਿੱਚ ਨਹਾਉਣ ਦੇ ਲਈ ਉਤਰਦੇ ਨੇ ਤੇ ਇੱਕ ਨੌਜਵਾਨ ਕਾਫੀ ਅੱਗੇ ਚਲਿਆ ਜਾਂਦਾ ਹੈ ਤੇ ਉਹ ਡੁੱਬਣ ਲੱਗਦਾ ਤਾਂ ਫਿਰ ਉਸ ਨੂੰ ਬਚਾਉਣ ਦੇ ਲਈ ਪਿੱਛੋਂ 5-6 ਜਾਂਦੇ ਨੇ ਤੇ ਸਾਰਿਆਂ ਦੀ ਮੌਤ ਹੋ ਜਾਂਦੀ ਹੈ। 7 ਦੀ ਮੌਤ ਹੋ ਜਾਂਦੀ ਹੈ। 4 ਕਿਨਾਰੇ ਦੇ ਉੱਤੇ ਹੀ ਖੜੇ ਰਹੇ। ਫਿਰ 4 ਦੇ ਵਿੱਚੋਂ ਹੀ ਕਿਸੇ ਨੇ ਘਰ ਫੋਨ ਕਰਿਆ ਕਿ ਇਸ ਤਰੀਕੇ ਨਾਲ ਹਾਦਸਾ ਵਾਪਰ ਗਿਆ। ਪ੍ਰਸ਼ਾਸਨ ਉੱਥੇ ਪਹੁੰਚਿਆ, ਗੋਤਾਖੋਰਾਂ ਦੀ ਮਦਦ ਦੇ ਨਾਲ ਜਿਹੜੀਆਂ ਮ੍ਰਿਤਕ ਦੇਹਾਂ ਨੇ ਉਹ ਕੱਢੀਆਂ ਗਈਆਂ ਪਾਣੀ ਦੇ ਵਿੱਚੋਂ ਤੇ ਕਰੀਬ 24 ਘੰਟਿਆਂ ਬਾਅਦ ਮ੍ਰਿਤਕ ਦੇਹਾਂ ਲੈ ਕੇ ਜਿਹੜੀਆਂ ਇਹ ਐਂਬੂਲੈਂਸਿਸ ਤੇ ਜਿਹੜੇ ਪਰਿਵਾਰ ਦੇ ਮੈਂਬਰ ਉੱਥੇ ਗਏ ਸੀ ਉਹ ਮ੍ਰਿਤਕ ਦੇਹਾਂ ਲੈ ਕੇ ਵਾਪਸ ਪਿੰਡ ਪਹੁੰਚੇ ਨੇ ਤੇ ਉਹਨਾਂ ਦਾ ਅੰਤਿਮ ਸੰਸਕਾਰ ਉੱਥੇ ਕੀਤਾ ਜਾ ਰਿਹਾ। ਇੱਕੋ ਸ਼ਮਸ਼ਾਨ ਘਾਟ ਪਿੰਡ ਦੇ ਵਿੱਚ ਆਮ ਤੌਰ ਤੇ ਆਪਾਂ ਨੂੰ ਪਤਾ ਕਿੰਨਾ ਕੁ ਵੱਡਾ ਸ਼ਮਸ਼ਾਨ ਘਾਟ ਹੁੰਦਾ, ਤਾਂ ਉੱਥੇ ਹੀ ਸਾਰੀਆਂ ਇਹ ਜਿਹੜੀਆਂ ਮ੍ਰਿਤਕ ਦੇਹਾਂ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ। ਕੋਈ ਵੀ ਪਿੰਡ, ਕੋਈ ਇਲਾਕਾ ਅਜਿਹੀਆਂ ਤਸਵੀਰਾਂ ਲਾਜ਼ਮੀ ਤੌਰ ਤੇ ਨਹੀਂ ਦੇਖਣਾ ਚਾਹੁੰਦਾ ਹੋਏਗਾ ਕਿ ਇਹ ਜਿਹੜਾ ਬਹੁਤ ਹੀ ਖੌਫਨਾਕ ਤੇ ਦਰਦਨਾਕ ਮੰਜ਼ਰ ਹੈ ਜਿਸ ਤਰੀਕੇ ਨਾਲ ਇਹ ਤਸਵੀਰਾਂ ਸਾਹਮਣੇ ਆਈਆਂ ਨੇ। ਇੱਕ ਛੋਟੇ ਜਿਹੇ ਪਿੰਡ ਦੇ ਵਿੱਚ, ਛੋਟੀ ਜਿਹੀ ਥਾਂ ਦੇ ਉੱਤੇ ਜਦੋਂ ਇਕੱਠੇ 7 ਸਿਵੇ ਬਲਣ ਤਾਂ ਉਹ ਜ਼ਰੂਰ ਲਾਜ਼ਮੀ ਤੌਰ ਤੇ ਦਿਲ ਨੂੰ ਝੰਜੋੜ ਕੇ ਰੱਖ ਦਿੰਦੇ ਨੇ ਕਿ ਆਖਿਰ ਐਡਾ ਮੰਦਭਾਗਾ ਹਾਦਸਾ ਕਿਵੇਂ ਵਾਪਰ ਗਿਆ ਜਾਂ
ਇੰਨੀ ਅਣਹੋਣੀ ਕਿਵੇਂ ਇਹਨਾਂ ਪਰਿਵਾਰਾਂ ਦੇ ਨਾਲ ਹੋ ਗਈ ਹੈ। ਜਿਹੜੇ 7 ਦਾ ਅਸੀਂ ਜ਼ਿਕਰ ਕਰ ਰਹੇ ਹਾਂ, ਇਹ 7 ਦੇ ਵਿੱਚੋਂ 4 ਇੱਕੋ ਪਰਿਵਾਰ ਦੇ ਦੱਸੇ ਜਾ ਰਹੇ ਨੇ। ਜਿਹੜੇ ਚਾਚੇ ਭਤੀਜੇ ਦੱਸੇ ਜਾਂਦੇ ਸੀ ਕਿ 4 ਤਾਂ ਇੱਕੋ ਪਰਿਵਾਰ ਦੇ ਸੀ, ਇੱਕੋ ਪਰਿਵਾਰ ਇੱਕੋ ਥਾਂ ਦੇ ਉੱਤੇ ਰਹਿੰਦੇ ਸੀ। ਤਾਂ ਉਸ ਟੱਬਰ ਦੇ ਵਿੱਚ, ਉਸ ਪਰਿਵਾਰ ਦੇ ਵਿੱਚ ਅੱਜ ਕੀ ਹਾਲ ਹੋਏਗਾ ਉਹ ਅੰਦਾਜ਼ਾ ਲਗਾਉਣਾ ਵੀ ਔਖਾ ਹੈ, ਕਿਉਂਕਿ ਇੱਕ ਪਰਿਵਾਰ ਦੇ ਵਿੱਚੋਂ ਕੋਈ ਇੱਕ ਜੀ ਚਲਿਆ ਜਾਵੇ ਤਾਂ ਕਈ ਦਹਾਕੇ, ਕਈ ਸਾਲ ਉਸ ਪੂਰੇ ਹਾਦਸੇ ਤੋਂ ਜਾਂ ਉਸ ਘਟਨਾ ਤੋਂ ਬਾਹਰ ਨਿਕਲਣ ਨੂੰ ਲੱਗ ਜਾਂਦੇ ਨੇ। ਇੱਕੋ ਸਮੇਂ ਇੱਕ ਪਰਿਵਾਰ ਦੇ ਵਿੱਚੋਂ ਜਿੱਥੋਂ 4 ਜੀ ਚਲੇ ਗਏ ਹੋਣ, ਐਤਵਾਰ ਸ਼ਾਮ ਤੱਕ, ਸੋਮਵਾਰ ਸਵੇਰ ਤੱਕ, ਜਿੱਥੇ ਸਭ ਕੁਝ ਆਮ ਦਿਨਾਂ ਵਰਗਾ ਸੀ, ਸਭ ਜਿਹੜੇ ਪਰਿਵਾਰਕ ਜਿਵੇਂ ਰੁਝੇਵੇਂ ਹੁੰਦੇ ਨੇ ਉਹਨਾਂ ਦੇ ਵਿੱਚ ਰੁੱਝੇ ਹੋਏ ਸੀ, ਤਾਂ ਉਹ ਸਭ ਕੁਝ ਇੱਕ ਤਰੀਕੇ ਨਾਲ ਪਲਟ ਕੇ ਰੱਖ ਦਿੱਤਾ ਹੈ। ਇੱਕ ਇਸ ਘਟਨਾ ਨੇ, ਪਾਣੀ ਨੇ, ਝੀਲ ਨੇ, ਔਰ ਉਸ ਦੇ ਵਿੱਚ 7 ਲੋਕਾਂ ਦੀ ਮੌਤ ਹੋ ਗਈ ਹੈ। ਤਸਵੀਰਾਂ ਅਸੀਂ ਤੁਹਾਨੂੰ ਬਨੂੜ ਤੋਂ ਦਿਖਾ ਰਹੇ ਹਾਂ। 7 ਸਿਵੇ ਉੱਥੇ ਸੜਦੇ ਹੋਏ ਨਜ਼ਰ ਆ ਰਹੇ ਨੇ। ਇੱਕੋ ਲਾਈਨ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਕਿ ਜਿਹਨਾਂ ਦੀ ਮੌਤ ਹੋਈ ਪਾਣੀ ਦੇ ਵਿੱਚ ਡੁੱਬਣ ਦੀ ਵਜ੍ਹਾ ਦੇ ਨਾਲ, ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਅੱਜ ਪੂਰਾ ਬਨੂੜ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਨ 'ਚ ਦਿਖਾਈਆਂ। ਬੰਦ ਸੀ ਸ਼ਹਿਰ, ਪੂਰਾ ਬੰਦ ਸੀ। ਲੋਕਾਂ ਨੇ ਇੱਕ ਤਰੀਕੇ ਨਾਲ ਸ਼ਹਿਰ ਬੰਦ ਰੱਖ ਕੇ ਸ਼ਰਧਾਂਜਲੀ ਇਸ ਹਾਦਸੇ ਦੇ ਪ੍ਰਤੀ ਜਿਹੜੇ ਚਲੇ ਗਏ ਦੁਨੀਆ ਤੋਂ, ਉਹਨਾਂ ਨੂੰ ਇੱਕ ਤਰੀਕੇ ਨਾਲ ਸ਼ਰਧਾਂਜਲੀ ਦੇਣ ਦੇ ਲਈ ਕਿਤੇ ਨਾ ਕਿਤੇ ਆਪਣੇ ਤਰੀਕੇ ਨਾਲ ਉਹ ਬਾਜ਼ਾਰ ਬੰਦ ਰੱਖਿਆ ਗਿਆ ਸੀ। ਤਾਂ ਸਿਵਿਆਂ ਦੀਆਂ ਤਸਵੀਰਾਂ ਨੇ, ਬਹੁਤ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀਆਂ, ਬਹੁਤ ਭਿਆਨਕ ਮੰਜ਼ਰ ਤੁਸੀਂ ਇਸ ਨੂੰ ਕਹਿ ਸਕਦੇ ਹੋ। ਇੱਕ ਛੋਟੇ ਜਿਹੇ ਪਿੰਡ ਦੇ ਵਿੱਚ, ਇੱਕ ਇਲਾਕੇ ਦੇ ਵਿੱਚ ਕਿਸੇ ਨੇ ਨਹੀਂ ਸੋਚਿਆ ਹੋਏਗਾ ਕਿ ਅਜਿਹਾ ਦਿਨ ਵੀ ਆਏਗਾ ਕਿ 7 ਸਿਵੇ ਇਕੱਠੇ ਉੱਥੇ ਸੜਦੇ ਹੋਏ ਨਜ਼ਰ ਆਉਣਗੇ। ਆਮ ਤੌਰ 'ਤੇ ਜਦੋਂ ਪਿੰਡ ਦੇ ਵਿੱਚ ਕੋਈ ਸਿਵਾ ਸੜਦਾ ਹੈ ਜਾਂ ਫਿਰ ਕਿਸੇ ਦੀ ਮੌਤ ਹੁੰਦੀ ਹੈ ਤਾਂ ਪਿੰਡ ਦੇ ਵਿੱਚ ਇਕੱਲੇ ਬੱਚੇ ਨੂੰ ਪਤਾ ਹੁੰਦਾ, ਨਾਲ ਦੇ ਪਿੰਡਾਂ 'ਚ ਵੀ ਪਤਾ ਲੱਗ ਜਾਂਦਾ ਕਿ ਅੱਜ ਉੱਥੇ ਸਿਵਾ ਬਲਦਾ ਸੀ, ਫਲਾਣੇ ਦੀ ਮੌਤ ਹੋ ਗਈ ਜਾਂ ਫਲਾਣੇ ਦੇ ਪਰਿਵਾਰ ਦੇ ਵਿੱਚ ਕਿਸੇ ਜੀ ਦੀ ਮੌਤ ਹੋ ਗਈ। ਤਾਂ ਆਮ ਤੌਰ 'ਤੇ ਇਹ ਬਹੁਤ ਘੱਟ ਹੈ ਕਿ ਕਿਸੇ ਥਾਂ ਦੇ ਉੱਤੇ, ਕਿਸੇ ਸ਼ਹਿਰ ਦੇ ਵਿੱਚ, ਕਿਸੇ ਕਸਬੇ 'ਚ ਜਾਂ ਕਿਸੇ ਪਿੰਡ ਦੇ ਵਿੱਚ ਇਸ ਤਰੀਕੇ ਦੀਆਂ ਤਸਵੀਰਾਂ ਦਿਖਾਈ ਦੇਣ ਕਿ ਜਿੱਥੇ ਇੰਨੇ ਸਿਵੇ ਇਕੱਠੇ ਬਲਦੇ ਹੋਣ। ਤਾਂ ਲਾਜ਼ਮੀ ਤੌਰ 'ਤੇ ਬਹੁਤ ਔਖਾ ਸਮਾਂ ਇਹਨਾਂ ਪਰਿਵਾਰਾਂ ਦੇ ਲਈ, ਇਸ ਜਿਹੜੇ ਟੱਬਰ ਨੇ ਉਹਨਾਂ ਦੇ ਲਈ। ਇਲਾਕੇ ਦੇ ਵਿੱਚ ਤਾਂ ਲਾਜ਼ਮੀ ਤੌਰ 'ਤੇ ਸੋਗ ਦੀ ਲਹਿਰ ਹੈ। ਪਿੰਡਾਂ ਦੇ ਵਿੱਚ ਇਹ ਵੀ ਕਿਹਾ ਜਾਂਦਾ ਕਿ ਜਦੋਂ ਕੋਈ ਇਸ ਤਰੀਕੇ ਦਾ ਭਾਣਾ ਵਾਪਰ ਜਾਵੇ, ਕੋਈ ਜਵਾਨ ਮੌਤ ਹੋ ਜਾਂਦੀ ਹੈ ਤਾਂ ਪੂਰੇ ਪਿੰਡ ਦੇ ਵਿੱਚ ਚੁੱਲ੍ਹੇ ਨਹੀਂ ਜਗਦੇ। ਇਹ ਸਾਡੇ ਸਮਾਜ ਦਾ ਇੱਕ, ਤੁਸੀਂ ਕਹਿ ਸਕਦੇ ਹੋ ਕਿ ਇੱਕ ਸ਼ਰਧਾਂਜਲੀ ਦੇਣ ਦਾ ਤਰੀਕਾ ਹੁੰਦਾ ਜਾਂ ਸੋਗ ਇਸ ਤਰੀਕੇ ਦੇ ਨਾਲ, ਕਿਉਂਕਿ ਪਿੰਡਾਂ ਦੇ ਵਿੱਚ ਰਹਿੰਦੇ ਲੋਕ ਆਪਸ ਦੇ ਵਿੱਚ ਇਸ ਤਰੀਕੇ ਨਾਲ ਜੁੜੇ ਹੁੰਦੇ ਨੇ। ਛੋਟੇ ਸ਼ਹਿਰਾਂ ਦੇ ਵਿੱਚ, ਕਸਬਿਆਂ ਦੇ ਵਿੱਚ ਰਹਿੰਦੇ ਲੋਕ ਆਪਸ ਦੇ ਵਿੱਚ ਇਸ ਤਰੀਕੇ ਨਾਲ ਜੁੜੇ ਹੁੰਦੇ ਨੇ। ਕਈ ਉਹਨਾਂ ਦੀਆਂ ਪੀੜ੍ਹੀਆਂ ਉੱਥੇ ਰਹਿ ਰਹੀਆਂ ਹੁੰਦੀਆਂ ਨੇ ਤਾਂ ਆਪਸ ਦੇ ਵਿੱਚ ਇੱਕ ਇਸ ਤਰੀਕੇ ਨਾਲ ਜੁੜੇ ਹੁੰਦੇ ਨੇ ਕਿ ਉਹ ਉਸ ਜਿਹੜਾ ਦੁੱਖ ਹੈ ਉਹ ਪਰਿਵਾਰ ਨੂੰ ਜਿੰਨਾ ਦੁੱਖ ਹੁੰਦਾ ਉਸ ਤਰੀਕੇ ਨਾਲ ਪਿੰਡ ਦੇ ਹੋਰ ਲੋਕਾਂ ਨੂੰ ਵੀ ਹੁੰਦਾ ਹੈ। ਤਾਂ ਉਹੀ ਤਸਵੀਰਾਂ ਕੁਝ ਨਜ਼ਰ ਆਈਆਂ ਨੇ ਔਰ ਪੂਰੇ ਇਲਾਕੇ ਦੇ ਵਿੱਚ ਇੱਕ ਸੋਗ ਦੀ ਲਹਿਰ ਹੈ। ਅੱਜ ਪੂਰਾ ਪਿੰਡ ਉਹਨਾਂ ਨੂੰ ਯਾਦ ਕਰ ਰਿਹਾ ਹੈ। ਕੋਈ ਉਹਨਾਂ ਦੇ ਨਾਲ ਪੜ੍ਹਿਆ ਹੋਏਗਾ, ਕੋਈ ਉਹਨਾਂ ਦੇ ਨਾਲ ਕੰਮ ਕਰਦਾ ਹੋਏਗਾ। ਜਿਹੜੇ ਬੱਚੇ ਜਿਨ੍ਹਾਂ ਦੀ ਮੌਤ ਹੋਈ ਹੈ, ਜਿਹੜੇ ਸਕੂਲ 'ਚ ਪੜ੍ਹਦੇ ਸੀ, ਅੱਜ ਉੱਥੇ ਵੀ ਲਾਜ਼ਮੀ ਤੌਰ 'ਤੇ ਮਾਤਮ ਪਸ ਰਿਹਾ ਹੋਣਾ। ਉਹਨਾਂ ਦੇ ਨਾਲ ਕਲਾਸ ਦੇ ਵਿੱਚ ਪੜ੍ਹਨ ਵਾਲੇ ਜਿਹੜੇ ਬੱਚੇ ਸੀ, ਉਹਨਾਂ ਨੂੰ ਵੀ ਯਕੀਨ ਨਹੀਂ ਹੋ ਰਿਹਾ ਹੋਣਾ ਕਿ ਆਖਿਰ ਕਿਸ ਤਰੀਕੇ ਦਾ ਭਾਣਾ ਵਾਪਰ ਗਿਆ। ਅੱਛਾ, ਜਿਹੜੀ ਫੈਕਟਰੀ ਦੇ ਵਿੱਚ ਕੰਮ ਕਰਦੇ ਸੀ ਸ਼ਾਮ ਨੂੰ ਜਾ ਕੇ, ਤਾਂ ਉੱਥੇ ਖੂਬ ਗੱਲਾਂ ਹੁੰਦੀਆਂ ਹੋਣੀਆਂ ਕਦੇ ਕਿ ਇਹ ਬੱਚਾ ਦੇਖੋ ਦਿਨ ਦੇ ਵਿੱਚ ਪੜ੍ਹਾਈ ਕਰਦਾ, ਸ਼ਾਮ ਨੂੰ ਆ ਕੇ ਫੈਕਟਰੀ ਦੇ ਵਿੱਚ ਕੰਮ ਕਰਦਾ ਹੈ, 200-400 ਬਣਦਾ ਹੋਏਗਾ ਤਾਂ ਕਿ ਪਰਿਵਾਰ ਦਾ ਕਿਸੇ ਨਾ ਕਿਸੇ ਤਰੀਕੇ ਨਾਲ ਹੱਥ ਵਟਾਇਆ ਜਾ ਸਕੇ, ਆਰਥਿਕ ਤੌਰ ਦੇ ਉੱਤੇ ਪਰਿਵਾਰ ਦੀ ਮਦਦ ਕੀਤੀ ਜਾ ਸਕੇ। ਤਾਂ ਉਹ ਸਾਰੀਆਂ ਤਸਵੀਰਾਂ, ਉਹ ਸਾਰੀਆਂ ਗੱਲਾਂ ਹਰ ਕਿਸੇ ਦੇ ਜ਼ਿਹਨ ਦੇ ਵਿੱਚ ਅੱਜ ਲਾਜ਼ਮੀ ਤੌਰ 'ਤੇ ਆ ਰਹੀਆਂ ਹੋਣਗੀਆਂ। ਨਾਲ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ। ਅਰੁਣ ਸਭ ਤੋਂ ਘੱਟ ਉਮਰ ਦਾ ਸੀ, 14 ਸਾਲ ਦਾ ਸੀ, ਜਿਸ ਦੀ ਉਮਰ 14 ਸਾਲ ਸੀ, ਜੋ ਪਾਣੀ 'ਚ ਡੁੱਬਣ ਦੀ ਵਜ੍ਹਾ ਨਾਲ ਮੌਤ ਹੋਈ ਹੈ। ਵਿਸ਼ਾਲ ਸਿਰਫ 18 ਸਾਲ ਦਾ ਸੀ, ਜਿਸ ਦੀ ਪਾਣੀ 'ਚ ਡੁੱਬਣ ਦੀ ਵਜ੍ਹਾ ਨਾਲ ਮੌਤ ਹੋ ਗਈ। ਲਖਵੀਰ 16 ਸਾਲ ਦਾ ਸੀ। ਤਾਂ 16, 14, 18 ਸਾਰੇ ਨਿੱਕੀ ਉਮਰਾਂ ਦੇ ਮੁੰਡੇ ਨੇ। ਇੱਕ ਹੋਰ 16 ਸਾਲ ਦਾ ਸ਼ਿਵ ਕੁਮਾਰ, ਜਿਸ ਦੀ ਮੌਤ ਹੋ ਗਈ। ਅੱਛਾ, ਰਮਨ ਕੁਮਾਰ 19 ਸਾਲ ਦਾ ਸੀ, ਜਿਸ ਦੀ ਮੌਤ ਹੋ ਗਈ। ਬਿਲਕੁਲ ਬੱਚੇ ਨਜ਼ਰ ਆ ਰਹੇ ਨੇ, ਬਹੁਤ ਛੋਟੀ ਉਮਰਾਂ ਦੇ। ਲਾਭ ਕੁਮਾਰ 17 ਸਾਲ ਦਾ, ਯਾਨੀ ਕਿ 5 ਜਣੇ ਤਾਂ ਉਹੀ ਤਸਵੀਰਾਂ ਦੇ ਵਿੱਚ ਨਜ਼ਰ ਆ ਗਏ ਜਿਨ੍ਹਾਂ ਦੀ 18 ਜਾਂ 18 ਸਾਲ ਤੋਂ ਘੱਟ ਹੈ ਉਮਰ ਆ। ਪਵਨ ਕੁਮਾਰ ਅਸੀਂ ਤੁਹਾਨੂੰ ਤਸਵੀਰ 'ਚ ਦਿਖਾਇਆ, 35 ਵਰ੍ਹਿਆਂ ਦੀ ਉਮਰ ਹੈ। ਤਾਂ ਇਹ ਜਿਹੜੇ 7 ਲੋਕਾਂ ਦੀ ਮੌਤ ਹੋਈ ਹੈ, ਇਹਨਾਂ ਦੇ ਵਿੱਚ ਜ਼ਿਆਦਾਤਰ 16, 17, 18 ਸਾਲ ਦੇ ਬੱਚੇ ਤੁਸੀਂ ਕਹਿ ਸਕਦੇ ਹੋ ਕਿ ਨਾਬਾਲਗ ਹੀ ਸੀ ਇੱਕ ਤਰੀਕੇ ਦੇ ਨਾਲ ਜਿਨ੍ਹਾਂ ਦੀ ਮੌਤ ਹੋਈ ਹੈ। ਖੈਰ, ਇਹ ਗਏ ਸੀ। ਆਮ ਤੌਰ 'ਤੇ ਜਦੋਂ ਇਸ ਤਰੀਕੇ ਨਾਲ ਕੋਈ ਟੂਰ ਦਾ ਪਲਾਨ ਵੀ ਬਣਦਾ ਹੈ ਤਾਂ ਘਰ ਦੇ ਵੀ ਜਾਣ ਦੀ ਇਜਾਜ਼ਤ ਦੇ ਦਿੰਦੇ ਨੇ ਕਿ ਅੱਛਾ ਕੌਣ ਜਾ ਰਿਹਾ ਪਿੰਡ ਦੇ ਵਿੱਚੋਂ। ਫਿਰ ਨਾਮ ਦੱਸ ਦਿੱਤਾ ਜਾਂਦਾ ਕਿ ਫਲਾਣਾ ਜਾ ਰਿਹਾ ਜੀ, ਫਲਾਣਾ ਜਾ ਰਿਹਾ, ਫਲਾਣਾ ਜਾ ਰਿਹਾ ਹੈ। ਅੱਛਾ, ਅਤੇ ਫਿਰ ਪਰਿਵਾਰ ਵਾਲਿਆਂ ਨੂੰ ਹੁੰਦਾ ਕਿ ਚੱਲ ਠੀਕ ਹੈ, ਕੋਈ ਸਿਆਣਾ ਬੰਦਾ ਨਾਲ ਚਾਹੀਦਾ। ਤਾਂ ਉਹ 32 ਵਰ੍ਹਿਆਂ ਦਾ ਅਤੇ ਕੁਝ ਇਸ ਤਰੀਕੇ ਨਾਲ 30-35 ਸਾਲ ਦੇ ਜਿਹੜੇ ਹੋਰ ਵੀ 1-2 ਨਾਲ ਹੋਣਗੇ ਜਿਨ੍ਹਾਂ ਦਾ ਮੈਂ ਜ਼ਿਕਰ ਕਰ ਰਿਹਾ, ਜਿਨ੍ਹਾਂ ਦੀ ਤਸਵੀਰ ਤੁਸੀਂ ਦੇਖ ਰਹੇ ਹੋ। ਪਵਨ ਕੁਮਾਰ ਦੀ 35 ਸਾਲ। ਤਾਂ ਹੋ ਸਕਦਾ ਕਿ ਪਵਨ ਜਾ ਰਿਹਾ ਤਾਂ ਅਰੁਣ ਦੇ ਮਾਪਿਆਂ ਨੇ ਵੀ ਸੋਚਿਆ ਹੋਵੇ ਕਿ ਠੀਕ ਹੈ
ਅਰੁਣ ਜਾ ਰਿਹਾ ਸਿਆਣਾ ਹੈ, ਉਮਰ ਵੀ ਹੈਗੀ ਹੈ 30-35 ਸਾਲ, ਤਾਂ ਉਹ ਖਿਆਲ ਵੀ ਰੱਖੇਗਾ। ਲਾਜ਼ਮੀ ਤੌਰ ਤੇ ਕੋਈ ਨਹੀਂ ਚਾਹੁੰਦਾ ਕਿ ਅਜਿਹਾ ਕੋਈ ਹਾਦਸਾ ਹੋਵੇ, ਖਾਸ ਤੌਰ ਤੇ ਜਦੋਂ ਤੁਸੀਂ ਘੁੰਮਣ ਗਏ ਹੋਏ ਹੋ ਤਾਂ ਉਹ ਇਸ ਤਰੀਕੇ ਦਾ ਕੋਈ ਹਾਦਸਾ ਵਾਪਰ ਜਾਂਦਾ ਹੈ। 7 ਸਿਵੇ ਇਕੱਠੇ ਇਸ ਥਾਂ ਦੇ ਉੱਤੇ। ਬਨੂੜ ਮੋਹਾਲੀ ਦੀਆਂ ਇਹ ਤਸਵੀਰਾਂ ਅਸੀਂ ਤੁਹਾਨੂੰ, ਮੋਹਾਲੀ ਜ਼ਿਲ੍ਹੇ ਦੇ ਵਿੱਚ ਪੈਂਦਾ ਬਨੂੜ। ਤਾਂ ਬਨੂੜ ਜਦੋਂ ਤੁਸੀਂ ਪਟਿਆਲੇ ਤੋਂ ਤੁਸੀਂ ਚੰਡੀਗੜ੍ਹ ਆ ਰਹੇ ਹੋ ਤਾਂ ਰਾਜਪੁਰੇ ਔਰ ਜ਼ੀਰਕਪੁਰ ਦੇ ਵਿਚਾਲੇ ਜਿਹੜਾ ਕਸਬਾ ਆਉਂਦਾ ਛੋਟਾ ਜਿਹਾ ਬਨੂੜ, ਉੱਥੇ ਵਸਿਆ ਹੋਇਆ ਹੈ। ਤਾਂ ਇਹ 7 ਸਿਵੇ ਇੱਕ ਲਾਈਨ ਦੇ ਵਿੱਚ ਤੁਹਾਨੂੰ ਨਜ਼ਰ ਆ ਰਹੇ ਨੇ। ਤਾਂ ਔਖਾ ਸਮਾਂ ਲਾਜ਼ਮੀ ਤੌਰ ਤੇ ਇਹਨਾਂ ਪਰਿਵਾਰਾਂ ਦੇ ਲਈ ਜਿਨ੍ਹਾਂ ਨੇ ਆਪਣੇ ਅੱਗੇ ਆ ਜਾਓ ਭਾਈ, ਇੱਧਰ ਆ ਜਾਓ ਸਾਰੇ, ਆ ਜਾਓ ਵੀਰ ਜੀ, ਆ ਜਾਓ, ਇੱਕ ਵਾਰੀ ਖਾਲੀ ਕਰ ਦਿਓ ਸਾਰੇ, ਇੱਧਰ ਆਓ ਭਾਈ।